सत श्री अकाल जी सारिਆਂ ਨੂੰ। ਅੱਜ ਦੀ ਇਸ ਕਲਾਸ ਦੇ ਵਿੱਚ ਮੈਂ ਪੋਲਿਟੀ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਲੈ ਕੇ ਆਇਆ ਹਾਂ। ਕਰੰਟ ਅਫੇਅਰ ਦੇ ਵਿੱਚੋਂ ਵੀ ਕੁਐਸਚਨ ਇਸ ਟੌਪਿਕ ਦੇ ਤੁਹਾਨੂੰ ਦੇਖਣ ਨੂੰ ਮਿਲਣਗੇ ਪੇਪਰ ਦੇ ਵਿੱਚ, ਕਿਉਂਕਿ ਕਰੰਟ ਜੋ ਮੁੱਦਾ ਆਪਣਾ ਇਲੈਕਸ਼ਨ ਦਾ ਚੱਲ ਰਿਹਾ ਹੈ, ਸਭ ਤੋਂ ਵੱਡਾ ਮੁੱਦਾ ਆਪਾਂ 2024 ਦਾ ਕਹਿ ਸਕਦੇ ਹਾਂ ਇਲੈਕਸ਼ਨ ਦਾ। ਇਸ ਵਿੱਚੋਂ ਕੁਐਸਚਨ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲਣੇ ਹੀ ਮਿਲਣੇ ਹੈ। ਸੋ ਸਾਰੇ ਕੁਐਸਚਨ ਜੋ ਵੋਟਾਂ ਨਾਲ ਅਤੇ ਚੋਣ ਕਮਿਸ਼ਨ ਨਾਲ ਰਿਲੇਟਡ ਹੈ ਅੱਜ ਦੀ ਇਸ ਕਲਾਸ ਦੇ ਵਿੱਚ ਮੈਂ ਤੁਹਾਨੂੰ ਕਰਵਾਉਂਗਾ। ਤੇ ਇਹਨਾਂ ਵਿੱਚੋਂ ਬਹੁਤ ਕੁਐਸਚਨ ਪੁਰਾਣੇ ਪੇਪਰਾਂ ਦੇ ਵਿੱਚ ਵੀ ਪੁੱਛੇ ਜਾ ਚੁੱਕੇ ਆ ਤੇ 2024 ਦੇ ਵਿੱਚ ਵੀ ਆਉਣਗੇ। ਤੇ ਸਾਰੇ ਜਾਣੇ ਮੇਰੇ ਨੰਬਰ ਦੇ ਉੱਤੇ ਮੈਸੇਜ ਜ਼ਰੂਰ ਕਰ ਲਿਓ, ਆਪਣਾ ਨੰਬਰ ਸੇਵ ਕਰਵਾ ਲਓ। ਮੇਰਾ ਨੰਬਰ ਸੇਵ ਕਰਕੇ ਤੁਹਾਨੂੰ ਮੈਂ ਆਪਣੇ ਗਰੁੱਪਾਂ ਦੇ ਵਿੱਚ ਐਡ ਕਰ ਲੂँਗਾ, ਜਿੱਥੇ ਤੁਹਾਨੂੰ ਪਲੇਲਿਸਟ ਮਿਲ ਜੂਗੀ, ਹੁਣ ਤੱਕ ਦੀਆਂ ਸਾਰੀਆਂ ਵੀਡੀਓਜ਼ ਮਿਲ ਜੂਗੀਆਂ ਬਿਲਕੁਲ ਫ੍ਰੀ ਦੇ ਵਿੱਚ। ਤਿਆਰੀ YouTube ਦੇ ਉੱਤੇ ਤੁਹਾਡੀ ਕਰਵਾ ਰਿਹਾ ਹਾਂ, ਠੀਕ ਹੈ। ਚਲੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਕਲਾਸ ਨੂੰ। ਟੌਪਿਕ ਆਪਣਾ ਇਲੈਕਸ਼ਨ ਐਂਡ ਇਲੈਕਸ਼ਨ ਕਮਿਸ਼ਨ ਨਾਲ ਰਿਲੇਟਡ ਕੁਐਸਚਨਸ, ਠੀਕ ਹੈ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਚੋਣ ਕਮਿਸ਼ਨ ਦੀ ਵਿਵਸਥਾ ਕਰਦੀ ਹੈ? ਇਲੈਕਸ਼ਨ ਕਮਿਸ਼ਨ ਨਾਲ ਰਿਲੇਟਡ ਕਿਹੜੀ ਧਾਰਾ ਹੈ? ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਹ, ਹੋ ਸਕਦਾ ਕਿਸੇ ਨਾ ਕਿਸੇ ਸ਼ਿਫਟ ਵਿੱਚ ਇਹ ਆ ਜੇ। ਆਰਟੀਕਲ 324, ਆਰਟੀਕਲ 324 ਚੋਣ ਕਮਿਸ਼ਨ ਦੀ ਵਿਵਸਥਾ ਕਰਦਾ ਹੈ, ਠੀਕ ਹੈ। ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ? ਸਹੀ ਉੱਤਰ ਹੋ ਜਾਊਗਾ ਭਾਰਤ ਦੇ ਰਾਸ਼ਟਰਪਤੀ। ਰਾਸ਼ਟਰਪਤੀ ਦੁਆਰਾ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੀਤੀ ਜਾਂਦੀ ਹੈ, ਠੀਕ ਹੈ। ਚੀਫ ਆਫ ਇਲੈਕਸ਼ਨ ਕਮਿਸ਼ਨ ਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਚੋਣ ਕਮਿਸ਼ਨ ਦਾ ਗਠਨ ਕਦੋਂ ਹੋਇਆ? ਚੋਣ ਕਮਿਸ਼ਨ ਦਾ ਗਠਨ ਕਦੋਂ ਹੋਇਆ? 1950 ਨੂੰ, ਠੀਕ ਹੈ। ਇਹ ਵੀ ਕਾਫੀ ਇੰਪੋਰਟੈਂਟ ਕੁਐਸਚਨ ਹੈ, ਰੱਟ ਲਓ ਇਸ ਨੂੰ। 1950 ਨੂੰ ਚੋਣ ਕਮਿਸ਼ਨ ਦਾ ਗਠਨ ਹੋਇਆ ਇੰਡੀਆ ਦੇ ਵਿੱਚ। ਚੋਣ ਕਮਿਸ਼ਨ ਦੇ ਅਹੁਦੇ ਦਾ ਕਾਰਜਕਾਲ ਕੀ ਹੈ? ਸਹੀ ਉੱਤਰ ਹੋ ਜਾਊਗਾ 6 ਸਾਲ ਜਾਂ 65 ਸਾਲ, ਜੋ ਵੀ ਪਹਿਲਾਂ ਹੋਵੇ, ਠੀਕ ਹੈ। ਵੱਧ ਤੋਂ ਵੱਧ ਉਮਰ ਕਿੰਨੀ ਹੈ? 65 ਸਾਲ ਤੇ 6 ਸਾਲ, ਠੀਕ ਹੈ। ਇਹਨਾਂ ਵਿੱਚੋਂ ਜੋ ਵੀ ਪਹਿਲਾਂ ਹੋ ਜਾਊਗਾ, ਜਾਂ ਮੰਨ ਲਓ ਕਿਸੇ ਦੀ 50 ਸਾਲ ਉਮਰ ਹੈ, ਜੇ ਉਸ ਤਾਂ ਉਸ ਦਾ ਕਾਰਜਕਾਲ ਕਿੰਨਾ ਹੋਊਗਾ? 50 + 6 56 ਸਾਲ, ਠੀਕ ਹੈ। ਜੇ ਮੰਨ ਲਓ ਕਿਸੇ ਦੀ ਉਮਰ 60 ਸਾਲ ਹੈ ਤਾਂ 60 + 6 ਕਿੰਨਾ ਹੋ ਗਿਆ? 66। ਪਰ 65 ਸਾਲ ਦਾ ਜਦੋਂ ਉਹ ਹੋ ਜਾਊਗਾ, 5 ਸਾਲ ਦੇ ਕਾਰਜਕਾਲ ਦੇ ਵਿੱਚ ਹੀ ਉਹ ਬੰਦਾ ਰਿਟਾਇਰ ਹੋ ਜਾਊਗਾ, ਠੀਕ ਹੈ। ਇਸ ਤਰ੍ਹਾਂ 65 ਤੋਂ ਜ਼ਿਆਦਾ ਉਮਰ ਨਹੀਂ ਹੋ ਸਕਦੀ ਚੋਣ ਕਮਿਸ਼ਨਰ ਦੀ। ਅਤੇ ਕਾਰਜਕਾਲ ਕਿੰਨਾ? 6 ਸਾਲ ਜਾਂ 65 ਸਾਲ, ਇਹ ਯਾਦ ਰੱਖਿਓ, ਠੀਕ ਹੈ। ਭਾਰਤੀ ਚੋਣ ਕਮਿਸ਼ਨ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? ਭਾਰਤੀ ਚੋਣ ਕਮਿਸ਼ਨ ਦਾ ਮੁੱਖ ਦਫ਼ਤਰ ਕਿੱਥੇ ਹੈ? ਨਿਊ ਦਿੱਲੀ ਦੇ ਵਿੱਚ ਹੈ, ਠੀਕ ਹੈ। ਇਹ ਟੌਪਿਕ ਜਿਹੜਾ ਮੈਂ ਤੁਹਾਨੂੰ ਕਰਵਾ ਰਿਹਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਇਹ ਪੋਲਿਟੀ ਦਾ। ਕਰੰਟ ਅਫੇਅਰ ਦੇ ਕੁਐਸਚਨ ਇਸ ਟੌਪਿਕ ਵਿੱਚੋਂ ਜ਼ਰੂਰ ਬਣਨਗੇ, ਪੇਪਰ ਦੇ ਵਿੱਚ ਜ਼ਰੂਰ ਆਉਣਗੇ, ਠੀਕ ਹੈ। ਚਲੋ ਨੈਕਸਟ ਕੁਐਸਚਨ, ਭਾਰਤ ਦੀ ਮੁੱਖ ਚੋਣ ਕਮਿਸ਼ਨਰ ਬਣਨ ਵਾਲੀ ਪਹਿਲੀ ਔਰਤ ਕੌਣ ਸੀ? ਸਹੀ ਉੱਤਰ ਹੋ ਜਾਊਗਾ BS रमा देवी, ठीक है। BS रमा देवी ਇਹ ਪਹਿਲੇ ਚੋਣ ਕਮਿਸ਼ਨਰ ਸਨ, ਮੁੱਖ ਚੋਣ ਕਮਿਸ਼ਨਰ ਇੰਡੀਆ ਦੇ, ਠੀਕ ਹੈ। ਅਤੇ ਇਹ 26 ਨਵੰਬਰ 1990 ਤੋਂ ਲੈ ਕੇ 11 ਦਸੰਬਰ 1990 ਤੱਕ ਇਸ ਅਹੁਦੇ ਦੇ ਉੱਤੇ ਰਹੇ ਸਨ, ਠੀਕ ਹੈ। ਚੋਣ ਕਮਿਸ਼ਨ ਲਈ ਜ਼ਿਲ੍ਹਾ ਪੱਧਰ 'ਤੇ ਜ਼ਿਲ੍ਹਾ ਰਿਟਰਨਿੰਗ ਅਫਸਰ ਵਜੋਂ ਕੌਣ ਕੰਮ ਕਰਦਾ ਹੈ? ਕੌਣ ਕਰਦਾ ਹੈ? ਸਹੀ ਉੱਤਰ ਹੋ ਜਾਊਗਾ ਇਸ ਦਾ ਆਪਸ਼ਨ A, ਜ਼ਿਲ੍ਹਾ ਕਲੈਕਟਰ, ਠੀਕ ਹੈ। ਭਾਰਤ ਵਿੱਚ 6 ਰਾਜਨੀਤਿਕ ਪਾਰਟੀਆਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਰਾਸ਼ਟਰੀ ਪਾਰਟੀਆਂ ਵਜੋਂ ਮਾਨਤਾ ਦਿੱਤੀ ਗਈ ਹੈ। ਇਹਨਾਂ ਵਿੱਚੋਂ ਕਿਸ ਨੂੰ ਹਾਲ ਹੀ ਵਿੱਚ ਜੋੜਿਆ ਗਿਆ ਹੈ? ਸਹੀ ਉੱਤਰ ਹੋ ਜਾਊਗਾ ਆਮ ਆਦਮੀ ਪਾਰਟੀ, ਠੀਕ ਹੈ। ਆਮ ਆਦਮੀ ਪਾਰਟੀ ਜਿਹੜੀ ਇਹ ਨਵੀਂ ਰਾਸ਼ਟਰੀ ਪਾਰਟੀ ਬਣੀ ਹੈ। ਭਾਰਤੀ ਚੋਣ ਕਮਿਸ਼ਨ ਦੇ ਅਨੁਸਾਰ ਰਾਸ਼ਟਰੀ ਪਾਰਟੀ ਵਜੋਂ ਮਾਨਤਾ ਪ੍ਰਾਪਤ ਕਰਨ ਲਈ ਇੱਕ ਰਾਜਨੀਤਿਕ ਪਾਰਟੀ ਦਾ ਇਹਨਾਂ ਵਿੱਚੋਂ ਮੌਜੂਦ ਹੋਣਾ ਲਾਜ਼ਮੀ है। ठीक है,
ਕੋਈ ਵੀ ਕਿਤੇ ਪਾਰਟੀ ਬਣਦੀ ਹੈ, ਮੰਨ ਲਓ ਕੋਈ ਪੰਜਾਬ ਦੇ ਵਿੱਚ ਨਵੀਂ ਪਾਰਟੀ ਬਣੀ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਨਵੀਂ ਪਾਰਟੀ ਬਣੀ, ਤਾਂ ਚੋਣ ਕਮਿਸ਼ਨ ਦੇ ਕੋਲੋਂ ਉਸ ਪਾਰਟੀ ਨੂੰ ਮਾਨਤਾ ਲੈਣੀ ਪੈਂਦੀ ਹੈ। ਮਾਨਤਾ ਲੈਣ ਲਈ ਇਹਨਾਂ ਨੇ ਕੁਝ ਸ਼ਰਤਾਂ ਰੱਖੀਆਂ ਏ, ਤਾਂ ਇਹਨਾਂ ਵਿੱਚੋਂ ਕਿਹੜੀ ਸ਼ਰਤ ਕੰਪਲੀਟ ਹੋਣੀ ਚਾਹੀਦੀ ਹੈ ਤਾਂ ਉਸ ਪਾਰਟੀ ਨੂੰ ਮਾਨਤਾ ਮਿਲਦੀ ਹੈ। ਉਹ ਸ਼ਰਤ ਹੈਗੀ ਆ ਘੱਟੋ ਘੱਟ 4 ਰਾਜਾਂ ਦੇ ਵਿੱਚ ਰਾਜਨੀਤਿਕ ਪਾਰਟੀ ਇਹ ਮੌਜੂਦ ਹੋਣੀ ਚਾਹੀਦੀ ਹੈ। ਮਤਲਬ ਕੁਝ ਮੈਂਬਰ 4 ਰਾਜਾਂ ਦੇ ਵਿੱਚ ਪਾਰਟੀ ਦੇ ਜਿੱਤੇ ਹੋਣੇ ਚਾਹੀਦੇ ਹੈ। ਠੀਕ ਹੈ, ਘੱਟੋ ਘੱਟ 4 ਰਾਜਾਂ ਦੇ ਵਿੱਚ। ਚੋਣ ਕਮਿਸ਼ਨ ਦੇ ਸੰਬੰਧ ਵਿੱਚ ਹੇਠ ਲਿਖੇ ਬਿਆਨਾਂ ਦੇ ਉੱਤੇ ਗੌਰ ਕਰੋ। ਠੀਕ ਹੈ, ਪਹਿਲਾਂ ਇਹ ਪੜ੍ਹ ਲਓ। ਮੁੱਖ ਚੋਣ ਕਮਿਸ਼ਨਰ ਨੂੰ ਸੰਸਦ ਦੁਆਰਾ ਮਹਾਦੋਸ਼ ਰਾਹੀਂ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਕਮਿਸ਼ਨ ਦੇ ਫੈਸਲੇ ਲੈਣ ਵਿੱਚ ਸਾਰੇ ਚੋਣ ਕਮਿਸ਼ਨਰਾਂ ਦੀ ਬਰਾਬਰੀ ਹੁੰਦੀ ਹੈ। ਇਹਨਾਂ ਦੋਨਾਂ ਵਿੱਚੋਂ ਦੱਸਣਾ ਹੈ ਕਿ ਕਿਹੜਾ ਸਹੀ ਹੈ, ਕਿਹੜਾ ਗਲਤ ਹੈ। ਠੀਕ ਹੈ, ਚੰਗੀ ਤਰ੍ਹਾਂ ਇਸ ਨੂੰ ਪੜ੍ਹ ਲਓ। ਪੇਪਰ ਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਸਟੇਟਮੈਂਟ ਵਾਲੇ ਵੀ ਦੇਖਣ ਨੂੰ ਮਿਲ ਸਕਦੇ ਆ। ਠੀਕ ਹੈ, ਤਾਂ ਨੀਚੇ ਆਪਸ਼ਨਾਂ ਵੀ ਦਿੱਤੀਆਂ ਹੋਈਆਂ। ਠੀਕ ਹੈ, ਆ ਦੇਖ ਲਓ, ਐਵੇਂ ਦੀਆਂ ਆਪਸ਼ਨਾਂ ਹੋਣਗੀਆਂ ਤੁਹਾਨੂੰ ਕਿ ਕਿਹੜੀ ਤੁਸੀਂ ABCD ਵਿੱਚੋਂ ਸਿਲੈਕਟ ਕਰਨੀ ਹੈ, ਜਿਹੜੀ ਤੁਹਾਨੂੰ ਲੱਗਦਾ ਕਿ ਸਹੀ ਹੈ। ਠੀਕ ਹੈ, ਉਪਰੋਕਤ ਕਥਨਾਂ ਵਿੱਚੋਂ ਕਿਹੜਾ ਸਹੀ ਹੈ, ਕਿਹੜਾ ਸਹੀ ਹੈ ਇਹਨਾਂ ਵਿੱਚੋਂ। ਇਸ ਦਾ ਸਹੀ ਉੱਤਰ ਹੋ ਜਾਊਗਾ C ਆਪਸ਼ਨ। ਇਹ ਦੋਨੇ ਆਪਸ਼ਨ ਸਹੀ ਹੈ, ਪਹਿਲਾ ਤੇ ਦੂਜਾ। ਠੀਕ ਹੈ, ਮਹਾਦੋਸ਼ ਰਾਹੀਂ ਹਟਾਇਆ ਜਾ ਸਕਦਾ ਮੁੱਖ ਚੋਣ ਕਮਿਸ਼ਨਰ ਨੂੰ, ਤੇ ਸਾਰੇ ਚੋਣ ਕਮਿਸ਼ਨਰਾਂ ਦੀ ਬਰਾਬਰੀ ਹੁੰਦੀ ਹੈ। ਕਿੰਨੇ ਹੁੰਦੇ ਆ ਟੋਟਲ? ਇਹ ਇੱਕ ਹੁੰਦਾ ਏ ਜੋ ਮੇਨ ਚੋਣ ਕਮਿਸ਼ਨਰ ਹੁੰਦਾ, ਬਾਕੀ 2 ਚੋਣ ਕਮਿਸ਼ਨਰ। ਠੀਕ ਹੈ, ਟੋਟਲ 3 ਹੁੰਦੇ ਆ। ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤੇ ਜਾਂਦੇ ਆ ਤੇ 65 ਸਾਲ ਦੀ ਉਮਰ ਤੱਕ ਇਹ ਆਪਣੀ ਸੇਵਾ ਦਿੰਦੇ ਆ। ਇਹਨਾਂ ਦਾ ਰੈਂਕ ਸੁਪਰੀਮ ਕੋਰਟ ਦੇ ਜੱਜਾਂ ਦੇ ਬਰਾਬਰ ਹੁੰਦਾ ਏ ਤੇ ਤਨਖਾਹ ਤੇ ਲਾਭ ਉਹਨਾਂ ਦੇ ਬਰਾਬਰ ਹੀ ਮਿਲਦੇ ਆ। ਪੇਪਰ ਦੇ ਵਿੱਚ ਕੁਐਸਚਨ ਆ ਸਕਦਾ ਏ ਕਿ ਜੋ ਇਲੈਕਸ਼ਨ ਕਮਿਸ਼ਨਰ ਹੁੰਦੇ ਆ, ਚੋਣ ਕਮਿਸ਼ਨਰ, ਉਹਨਾਂ ਦਾ ਰੈਂਕ ਕਿਸ ਦੇ ਬਰਾਬਰ ਹੁੰਦਾ ਹੈ? ਤਾਂ ਸੁਪਰੀਮ ਕੋਰਟ ਦੇ ਜੱਜਾਂ ਦੇ ਬਰਾਬਰ ਹੁੰਦਾ ਹੈ। ਮੁੱਖ ਚੋਣ ਕਮਿਸ਼ਨਰ ਨੂੰ ਸੰਸਦ ਦੁਆਰਾ ਮਹਾਦੋਸ਼ ਦੁਆਰਾ ਹਟਾਇਆ ਜਾ ਸਕਦਾ ਹੈ। ਠੀਕ ਹੈ, ਤੇ ਫੈਸਲੇ ਲੈਣ ਵਿੱਚ ਸਾਰੇ ਚੋਣ ਕਮਿਸ਼ਨਰਾਂ ਦੀ ਬਰਾਬਰੀ ਹੁੰਦੀ ਹੈ। ਭਾਰਤ ਦਾ ਪਹਿਲਾ ਮੁੱਖ ਚੋਣ ਕਮਿਸ਼ਨਰ ਕੌਣ ਸੀ? ਭਾਰਤ ਦੇ ਪਹਿਲੇ ਮੁੱਖ ਚੋਣ ਕਮਿਸ਼ਨਰ ਕੌਣ ਸਨ? ਸੁਕੁਮਾਰ ਸੇਨ। ਆਪਸ਼ਨ A ਰਾਈਟ ਆਂਸਰ ਹੋ ਜਾਊਗਾ। ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਵੈਰੀ ਇੰਪੋਰਟੈਂਟ। ਠੀਕ ਹੈ, ਸੁਕੁਮਾਰ ਸੇਨ ਪਹਿਲੇ ਚੋਣ ਕਮਿਸ਼ਨਰ ਸਨ ਭਾਰਤ ਦੇ। ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਚੋਣ ਕਮਿਸ਼ਨ ਦੀ ਵਿਵਸਥਾ ਕੀਤੀ ਗਈ ਹੈ? ਸਹੀ ਉੱਤਰ ਹੋ ਜਾਊਗਾ ਆਰਟੀਕਲ 324। ਸਾਲ 2020 ਵਿੱਚ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਕੌਣ ਸੀ? 2020 ਦੀ ਪੁੱਛਿਆ ਗਿਆ, 2020 ਦੇ ਵਿੱਚ ਕੌਣ ਸਨ? ਸ਼੍ਰੀ ਸੁਨੀਲ ਅਰੋੜਾ ਇਹ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸਨ 2020 ਦੇ ਵਿੱਚ। ਚੋਣ ਕਮਿਸ਼ਨ ਵਿੱਚ ਕਿੰਨੇ ਮੈਂਬਰ ਹਨ? ਜਿਵੇਂ ਮੈਂ ਪਹਿਲਾਂ ਹੀ ਦੱਸਿਆ 3 ਮੈਂਬਰ ਹੁੰਦੇ ਆ ਚੋਣ ਕਮਿਸ਼ਨ ਦੇ ਵਿੱਚ। ਇੱਕ ਮੁੱਖ ਚੋਣ ਕਮਿਸ਼ਨਰ ਹੁੰਦਾ ਏ, ਬਾਕੀ 2 ਹੋਰ ਮੈਂਬਰ ਹੁੰਦੇ ਆ। ਠੀਕ ਹੈ, ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ? ਭਾਰਤ ਦੇ ਰਾਸ਼ਟਰਪਤੀ ਦੁਆਰਾ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੀਤੀ ਜਾਂਦੀ ਹੈ। ਠੀਕ ਹੈ, ਮੈਂਬਰਾਂ ਵਿੱਚ ਕੌਣ ਕੌਣ ਸ਼ਾਮਲ ਹੈ ਚੋਣ ਕਮਿਸ਼ਨਰ ਦੇ? ਚੋਣ ਕਮਿਸ਼ਨ ਦੇ ਇੱਕ ਮੁੱਖ ਚੋਣ ਕਮਿਸ਼ਨਰ ਤੇ 2 ਚੋਣ ਕਮਿਸ਼ਨਰ। ਭਾਰਤ ਦੇ ਚੋਣ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ? 1950 ਦੇ ਵਿੱਚ, 25 ਜਨਵਰੀ 1950। ਇਹ ਵੀ ਤੁਸੀਂ ਯਾਦ ਰੱਖਣਾ ਨਾਲ, 25 ਜਨਵਰੀ 1950। ਕਾਰਜਕਾਲ ਕਿੰਨਾ ਹੁੰਦਾ ਏ? ਉੱਪਰ ਮੈਂ ਦੱਸ ਚੁੱਕਿਆ ਤੁਹਾਨੂੰ, 6 ਸਾਲ ਜਾਂ 65 ਸਾਲ, ਜੋ ਵੀ ਪਹਿਲਾਂ ਹੋਵੇ। ਠੀਕ ਹੈ, ਕਿਸ ਸਾਲ MS ਗਿੱਲ ਨੂੰ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ?
ਕਿਹੜੇ ਸਾਲ ਇਹਨਾਂ ਨੂੰ ਕੀਤਾ ਗਿਆ ਸੀ? 1996 ਦੇ ਵਿੱਚ। ਠੀਕ ਹੈ, MS ਗਿੱਲ ਨੂੰ 1996 ਦੇ ਵਿੱਚ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ। ਚੋਣ ਕਮਿਸ਼ਨ ਕੀ ਹੈ? ਚੋਣ ਕਮਿਸ਼ਨ ਕੀ ਹੈ? ਸੰਵਿਧਾਨਿਕ ਸੰਸਥਾ ਹੈ। ਠੀਕ ਹੈ, ਚੋਣ ਕਮਿਸ਼ਨ ਇੱਕ ਸੰਵਿਧਾਨਿਕ ਸੰਸਥਾ ਹੈ। ਪੰਚਾਇਤ ਦੀਆਂ ਸਾਰੀਆਂ ਚੋਣਾਂ ਦੀ ਨਿਗਰਾਨੀ, ਦਿਸ਼ਾ ਅਤੇ ਨਿਯੰਤਰਣ ਡੈਸ਼ ਕਰਦਾ ਹੈ। ਕੌਣ ਕਰਦਾ ਹੈ? ਰਾਜ ਦਾ ਚੋਣ ਕਮਿਸ਼ਨ। ਠੀਕ ਹੈ, ਸਟੇਟ ਦਾ ਜੋ ਚੋਣ ਕਮਿਸ਼ਨ ਹੁੰਦਾ ਉਹ ਪੰਚਾਇਤ ਦੀਆਂ ਚੋਣਾਂ ਦੀ ਨਿਗਰਾਨੀ, ਦਿਸ਼ਾ ਅਤੇ ਨਿਯੰਤਰਣ ਕਰਦਾ ਹੈ। ਭਾਰਤ ਦੇ ਮੌਜੂਦਾ ਚੋਣ ਕਮਿਸ਼ਨਰ ਕੌਣ ਹਨ? ਮੌਜੂਦਾ ਚੋਣ ਕਮਿਸ਼ਨਰ ਕੌਣ ਹਨ? ਰਾਜੀਵ ਕੁਮਾਰ। ਤੇ ਇਹ 25ਵੇਂ ਚੋਣ ਕਮਿਸ਼ਨਰ ਹੈ ਭਾਰਤ ਦੇ ਜੋ ਮੌਜੂਦਾ ਚੋਣ ਕਮਿਸ਼ਨਰ ਹੈ। ਠੀਕ ਹੈ, 25ਵੇਂ ਚੋਣ ਕਮਿਸ਼ਨਰ ਹੈ ਇਹ, ਮੁੱਖ ਚੋਣ ਕਮਿਸ਼ਨਰ ਹੈ ਰਾਜੀਵ ਕੁਮਾਰ। ਠੀਕ ਹੈ, ਤੇ ਹੋਰ ਦੋ ਜੋ ਚੋਣ ਕਮਿਸ਼ਨਰ ਆ ਕਰੰਟ, ਉਹਨਾਂ ਦੇ ਨਾਮ ਹੈਗੇ ਆ ਗਿਆਨੇਸ਼ ਕੁਮਾਰ ਤੇ ਸੁਖਵੀਰ ਸਿੰਘ ਸੰਧੂ। ਠੀਕ ਹੈ, ਮੁੱਖ ਚੋਣ ਕਮਿਸ਼ਨਰ ਕੌਣ ਹੈ? ਰਾਜੀਵ ਕੁਮਾਰ, ਨਾਮ ਯਾਦ ਰੱਖਿਓ ਇਹਨਾਂ ਦਾ। ਤੇ ਦੋ ਮੈਂਬਰ ਜਿਹੜੇ ਹੋਰ ਚੋਣ ਕਮਿਸ਼ਨਰ ਹੈ ਉਹ ਹੈਗੇ ਆ ਗਿਆਨੇਸ਼ ਕੁਮਾਰ ਤੇ ਸੁਖਵੀਰ ਸਿੰਘ ਸੰਧੂ। ਭਾਰਤ ਵਿੱਚ ਪਹਿਲੀ ਵਾਰ EVM ਦੀ ਵਰਤੋਂ ਕਦੋਂ ਹੋਈ? ਕਾਫੀ ਇੰਪੋਰਟੈਂਟ ਹੈ ਇਹ ਕੁਐਸਚਨ। EVM ਦੀ ਵਰਤੋਂ ਪਹਿਲੀ ਵਾਰ ਕਦੋਂ ਹੋਈ? 1882 ਦੇ ਵਿੱਚ। ਠੀਕ ਹੈ, 1882 ਦੇ ਵਿੱਚ ਪਹਿਲੀ ਵਾਰ EVM ਦੀ ਵਰਤੋਂ ਹੋਈ। ਸੌਰੀ, ਇੱਥੇ ਥੋੜ੍ਹੀ ਜਿਹੀ ਮਿਸਟੇਕ ਹੋ ਗਈ, 1982। ਠੀਕ ਹੈ, 1982 ਦੇ ਵਿੱਚ ਹੋਈ। ਆਪਸ਼ਨ ਲਿਖਣ ਦੇ ਵਿੱਚ ਮਿਸਟੇਕ ਹੋ ਗਈ, ਇਸ ਨੂੰ 1900 ਪੜ੍ਹਿਓ। ਠੀਕ ਹੈ, 1982, ਕਿਉਂਕਿ 1882 ਦੇ ਵਿੱਚ ਤਾਂ ਇੰਨੀ ਟੈਕਨੋਲੋਜੀ ਹੀ ਨਹੀਂ ਆਈ ਕਿ EVM ਦੀ ਵਰਤੋਂ ਹੋ ਸਕੇ। ਠੀਕ ਹੈ, ਇੰਨੀ ਤਰੱਕੀ ਨਹੀਂ ਕੀਤੀ ਸੀ ਕਿਸੇ ਵੀ ਦੇਸ਼ ਨੇ। ਸੋ 1982। ਠੀਕ ਹੈ, 1900 ਹੈ ਇਹ। 1982 ਦੇ ਵਿੱਚ ਪਹਿਲੀ ਵਾਰ EVM ਦੀ ਵਰਤੋਂ ਇੰਡੀਆ ਦੇ ਵਿੱਚ ਕੀਤੀ ਗਈ। ਤੇ ਕੇਰਲਾ ਦੇ ਵਿੱਚ ਇਹ EVM ਦੀ ਵਰਤੋਂ ਹੋਈ ਸੀ 1982 ਦੇ ਵਿੱਚ। ਠੀਕ ਹੈ, ਤੇ ਜੇ ਇਹ ਆ ਗਿਆ ਕਿ ਲੋਕ ਸਭਾ ਦੀਆਂ ਆਮ ਚੋਣਾਂ ਦੇ ਵਿੱਚ ਸਾਰੇ ਦੇਸ਼ ਵਿੱਚ ਕਦੋਂ ਹੋਈ EVM ਦੀ ਵਰਤੋਂ, ਤਾਂ 2004 ਦੇ ਵਿੱਚ ਇਹ ਵਰਤੋਂ ਕੀਤੀ ਗਈ। ਠੀਕ ਹੈ, ਇਹ ਵੀ ਕੁਐਸਚਨ ਆ ਸਕਦਾ ਹੈ 543 ਸੰਸਦੀ ਇਲਾਕਿਆਂ ਦੇ ਵਿੱਚ। ਠੀਕ ਹੈ, ਇਹ ਦੋਨੇ ਤੁਸੀਂ ਯਾਦ ਰੱਖਿਓ। 1982 ਦੇ ਵਿੱਚ ਪਹਿਲੀ ਵਾਰ, ਆਪਸ਼ਨਾਂ ਦੇਖ ਲਿਓ, ਉਸ ਦੇ ਹਿਸਾਬ ਨਾਲ ਆਨਸਰ ਦਿਓ ਤੇ ਕੁਐਸਚਨ ਚੰਗੀ ਤਰ੍ਹਾਂ ਪੜ੍ਹ ਲਿਓ। ਠੀਕ ਹੈ, ਲੋਕ ਸਭਾ ਦੀਆਂ ਆਮ ਚੋਣਾਂ ਦੇ ਵਿੱਚ ਕਦੋਂ ਹੋਈ? 2004 ਦੇ ਵਿੱਚ, ਜਦੋਂ ਸਾਰੇ ਦੇਸ਼ ਦੇ ਵਿੱਚ ਪਹਿਲੀ ਵਾਰ EVM ਦੀ ਵਰਤੋਂ ਕੀਤੀ ਗਈ। ਰਾਸ਼ਟਰੀ ਵੋਟਰ ਦਿਵਸ ਕਦੋਂ ਮਨਾਇਆ ਜਾਂਦਾ ਹੈ? ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ ਤੇ ਇਹ ਬਹੁਤ ਵਾਰੀ ਆਇਆ ਹੋਇਆ ਪੇਪਰਾਂ ਦੇ ਵਿੱਚ। ਰਾਸ਼ਟਰੀ ਵੋਟਰ ਦਿਵਸ ਕਦੋਂ ਮਨਾਇਆ ਜਾਂਦਾ ਹੈ? 25 ਜਨਵਰੀ ਨੂੰ। ਠੀਕ ਹੈ, 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਂਦਾ ਹੈ। ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਿਸ ਨੇ ਕੀਤੀ ਸੀ? 2011 ਦੇ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਜੋ ਉਸ ਸਮੇਂ ਰਾਸ਼ਟਰਪਤੀ ਸਨ, ਉਹਨਾਂ ਨੇ ਕੀਤੀ। ਠੀਕ ਹੈ, ਕੌਮੀ ਵੋਟਰ ਦਿਵਸ ਮਨਾਉਣ ਦੀ ਸ਼ੁਰੂਆਤ ਕਿਹੜੇ ਸਾਲ ਤੋਂ ਹੋਈ? ਇਹ ਕੁਐਸਚਨ ਵੀ ਆ ਸਕਦਾ, ਸਾਲ ਯਾਦ ਰੱਖਿਓ 2011। 25 ਜਨਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ 2011 ਤੋਂ। ਠੀਕ ਹੈ, ਤੇ 2024 ਦੇ ਵਿੱਚ 14ਵਾਂ ਕੌਮੀ ਵੋਟਰ ਦਿਵਸ ਮਨਾਇਆ ਗਿਆ। ਠੀਕ ਹੈ, 25 ਜਨਵਰੀ 2024 ਦੇ ਵਿੱਚ ਕਿੰਨਵਾਂ? 14ਵਾਂ। ਭਾਰਤ ਵਿੱਚ ਵੋਟ ਪਾਉਣ ਲਈ ਘੱਟੋ ਘੱਟ ਉਮਰ ਕਿੰਨੀ ਹੈ? 18 ਸਾਲ ਹੈ ਜਾਂ 21 ਸਾਲ ਹੈ? ਭਾਰਤ ਵਿੱਚ ਵੋਟ ਪਾਉਣ ਲਈ ਘੱਟੋ ਘੱਟ ਉਮਰ ਕਿੰਨੀ ਹੈਗੀ ਹੈ? ਘੱਟੋ ਘੱਟ ਉਮਰ ਹੈਗੀ ਹੈ ਇੰਡੀਆ ਦੇ ਵਿੱਚ 18 ਸਾਲ। ਠੀਕ ਹੈ, ਇਸ ਤੋਂ ਪਹਿਲਾਂ ਸੀਗੀ 21 ਸਾਲ। ਠੀਕ ਹੈ, ਤੇ ਫਿਰ ਅੱਗੇ ਤੁਹਾਨੂੰ ਮੈਂ ਦੱਸੂਗਾ ਇਹ ਕਿਹੜੀ ਸੋਧ ਦੇ ਵਿੱਚ 21 ਤੋਂ ਘਟਾ ਕੇ 18 ਸਾਲ ਕੀਤੀ ਇਹ। ਠੀਕ ਹੈ, ਕਿੰਨਵੀਂ ਸੋਧ ਦੇ ਵਿੱਚ ਇਹ ਕਰੀ ਗਈ? 60ਵੀਂ ਸੋਧ ਦੇ ਵਿੱਚ 21 ਸਾਲ ਤੋਂ ਘਟਾ ਕੇ 18 ਸਾਲ ਉਮਰ ਕਰ ਦਿੱਤੀ ਗਈ। ਤੇ
ਇਹ ਮਤਲਬ ਯਾਦ ਰੱਖਣਾ ਤੁਸੀਂ, ਠੀਕ ਹੈ। ਹੁਣ ਕਿੰਨੀ ਹੈ 18 ਸਾਲ। ਕਿਹੜੀ ਸੋਧ ਦੇ ਵਿੱਚ 21 ਤੋਂ ਘਟਾ ਕੇ 18 ਸਾਲ ਕੀਤੀ ਗਈ? 60ਵੀਂ ਸੋਧ ਦੇ ਵਿੱਚ, ਠੀਕ ਹੈ। ਸੰਵਿਧਾਨਿਕ ਸੋਧ ਐਕਟ 1988 ਦੁਆਰਾ ਵੋਟ ਪਾਉਣ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਗਈ। ਕਿਹੜਾ ਐਕਟ? 1988, ਠੀਕ ਹੈ। ਕਿੰਨਵੀਂ ਸੋਧ? 60ਵੀਂ ਸੋਧ। ਸੰਵਿਧਾਨਿਕ ਸੋਧ ਐਕਟ 1988 ਦੁਆਰਾ ਇਹ ਉਮਰ ਘਟਾ ਦਿੱਤੀ ਗਈ, ਠੀਕ ਹੈ। ਭਾਰਤ ਵਿੱਚ 18ਵੀਂ ਲੋਕ ਸਭਾ ਦੇ 543 ਮੈਂਬਰਾਂ ਦੀ ਚੋਣ ਕਰਨ ਲਈ 19 ਅਪ੍ਰੈਲ 2024 ਤੋਂ 1 ਜੂਨ 2024 ਤੱਕ ਆਮ ਚੋਣਾਂ ਕਰਵਾਈਆਂ ਜਾਣਗੀਆਂ। ਪੇਪਰ ਦੇ ਵਿੱਚ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਮੌਜੂਦਾ ਲੋਕ ਸਭਾ ਟਰਮ ਕਿੰਨਵੀਂ ਹੈ ਜਦੋਂ ਤੱਕ ਤੁਹਾਡਾ ਪੇਪਰ ਹੋਣਾ ਹੈ, ਕਿਉਂਕਿ ਜੂਨ ਦੇ ਵਿੱਚ ਰਿਜ਼ਲਟ ਆ ਜਾਣਾ ਵੋਟਾਂ ਦਾ। ਜੂਨ ਤੱਕ ਦਾ ਤੁਹਾਡਾ ਪੇਪਰ ਨਹੀਂ ਹੋ ਸਕਦਾ, ਠੀਕ ਹੈ। ਜਦੋਂ ਵੀ ਹੋਊਗਾ, ਜਿੱਥੇ ਤੱਕ ਮੈਨੂੰ ਲੱਗਦਾ ਕਿ ਮਿਡ ਜੁਲਾਈ ਜਾਂ ਅਗਸਤ ਤੱਕ ਵੀ ਤੁਹਾਡਾ ਪੇਪਰ ਇਹ ਹੋਊਗਾ, ਠੀਕ ਹੈ। ਉਸ ਤੋਂ ਪਹਿਲਾਂ ਘੱਟ ਚਾਂਸ ਲੱਗਦੇ ਆ ਹੋਣ ਦੇ। ਤਾਂ ਉਦੋਂ ਤੱਕ ਇਹ 18ਵੀਂ ਲੋਕ ਸਭਾ ਯਾਦ ਰੱਖਿਓ, 18ਵੀਂ ਲੋਕ ਸਭਾ ਟਰਮ ਹੋਊਗੀ 2024 ਦੀਆਂ ਜੋ ਵੋਟਾਂ ਹੈ। ਹੁਣ ਜਿਹੜੀ ਚੱਲ ਰਹੀ ਹੈ, ਹੁਣ ਹਾਲੇ ਵੋਟਾਂ ਨਹੀਂ ਪਈਆਂ, ਹੁਣ 17ਵੀਂ ਚੱਲ ਰਹੀ ਹੈ। ਜਦੋਂ ਤੱਕ ਤੁਹਾਡਾ ਪੇਪਰ ਹੋਣਾ ਉਦੋਂ ਤੱਕ 18ਵੀਂ ਹੋਊਗੀ। ਜੇ ਤੁਹਾਡੇ ਪੇਪਰ ਦੇ ਵਿੱਚ ਕੁਐਸਚਨ ਆ ਗਿਆ ਕਿ ਮੌਜੂਦਾ ਲੋਕ ਸਭਾ ਟਰਮ ਕਿੰਨਵੀਂ ਹੈ, ਤਾਂ ਉਸ ਦਾ ਰਾਈਟ ਆਨਸਰ ਬਣੂਗਾ 18ਵੀਂ, ਠੀਕ ਹੈ। ਕਿਉਂਕਿ 18ਵੀਂ ਲੋਕ ਸਭਾ ਦੀਆਂ ਵੋਟਾਂ ਉਦੋਂ ਤੱਕ ਪੈ ਜਾਣੀਆਂ। ਹੁਣ ਜੇ ਹੁਣ ਦੀ ਗੱਲ ਕਰੀਏ ਤਾਂ ਹੁਣ 17ਵੀਂ ਚੱਲ ਰਹੀ ਹੈ, ਕਿਉਂਕਿ ਵੋਟਾਂ ਨਹੀਂ ਪਈਆਂ। ਵੋਟਾਂ ਤੋਂ ਬਾਅਦ 18ਵੀਂ ਹੋ ਜੂਗੀ, ਠੀਕ ਹੈ। ਕੁਝ ਕੁਐਸਚਨ ਇਸ ਤਰ੍ਹਾਂ ਦੇ ਹੁੰਦੇ ਆ ਜੋ ਤੁਹਾਨੂੰ ਮਤਲਬ ਅਪਡੇਟ ਰਹਿਣਾ ਪੈਣਾ। ਹੋ ਸਕਦਾ ਤੁਸੀਂ ਵੀਡੀਓ ਕੋਈ ਪੁਰਾਣੀ ਦੇਖ ਰਹੇ ਹੋਵੋਗੇ ਤਾਂ ਉਸ ਕਰੰਟ ਟਾਈਮ ਦੇ ਹਿਸਾਬ ਨਾਲ ਆਨਸਰ ਹੋਊਗਾ, ਠੀਕ ਹੈ। 2024 ਦੀਆਂ 18ਵੀਂ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ, ਜਿਸ ਦੀ ਮਿਆਦ 2000 ਜੋ ਮੌਜੂਦਾ ਹੈ 17ਵੀਂ ਲੋਕ ਸਭਾ, ਉਸ ਦੀ ਮਿਆਦ 2024 'ਚ ਖਤਮ ਹੋ ਜੂਗੀ ਮਈ ਦੇ ਵਿੱਚ, ਠੀਕ ਹੈ। ਭਾਰਤ ਵਿੱਚ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਲਈ ਚੋਣਾਂ ਡੈਸ਼ ਦੁਆਰਾ ਕਰਵਾਈਆਂ ਜਾਂਦੀਆਂ ਹਨ। ਕਿਸ ਦੇ ਦੁਆਰਾ ਕਰਵਾਈਆਂ ਜਾਂਦੀਆਂ ਚੋਣਾਂ? ਭਾਰਤੀ ਚੋਣ ਕਮਿਸ਼ਨ ਦੇ ਦੁਆਰਾ। ਲੋਕ ਸਭਾ ਵਿੱਚ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਸੀਟਾਂ ਦੀ ਗਿਣਤੀ ਕਿੰਨੀ ਹੈ? ਕਿੰਨੀ ਹੈ? ਆਪਸ਼ਨ ਬੀ ਰਾਈਟ ਆਨਸਰ ਹੋ ਜਾਊਗਾ। 84 ਸੀਟਾਂ ਰਾਖਵੀਆਂ ਅਨੁਸੂਚਿਤ ਜਾਤੀਆਂ ਦੇ ਲਈ। ਸੰਵਿਧਾਨ ਦੇ ਕਿਹੜੇ ਅਨੁਛੇਦ ਸਾਡੇ ਦੇਸ਼ ਵਿੱਚ ਚੋਣ ਪ੍ਰਣਾਲੀ ਲਈ ਉਪਬੰਧ ਦਿੰਦੇ ਹਨ? ਠੀਕ ਹੈ, ਕਿਹੜੇ ਕਿਹੜੇ ਆਰਟੀਕਲ ਹੈ ਇਹ? ਆਪਸ਼ਨ ਬੀ ਰਾਈਟ ਆਨਸਰ ਆ ਜਾਊਗਾ। ਆਰਟੀਕਲ 324 ਤੋਂ ਲੈ ਕੇ 329 ਤੱਕ ਇਹ ਇਲੈਕਸ਼ਨ ਨਾਲ ਰਿਲੇਟਡ ਹੈ, ਠੀਕ ਹੈ। ਇਹ ਵੀ ਯਾਦ ਰੱਖਿਓ, ਪੇਪਰ ਦੇ ਵਿੱਚ ਇਸ ਤਰ੍ਹਾਂ ਦਾ ਵੀ ਕੁਐਸਚਨ ਆ ਸਕਦਾ ਹੈ ਕਿ ਕਿੱਥੇ ਤੋਂ ਕਿੱਥੇ ਤੱਕ ਆਰਟੀਕਲ ਹੈ, ਠੀਕ ਹੈ। ਭਾਗ ਕਿਹੜਾ ਹੈ? ਇਹ ਵੀ ਯਾਦ ਰੱਖਣਾ। ਭਾਗ 15 ਚੋਣਾਂ ਨਾਲ ਸੰਬੰਧਿਤ ਭਾਗ ਕਿਹੜਾ ਹੈ? 15। ਲੋਕ ਸਭਾ ਲਈ ਚੋਣਾਂ ਹਰ ਵਾਰ ਕਰਵਾਈਆਂ ਜਾਂਦੀਆਂ ਹਨ। ਕਿੰਨੇ ਸਾਲ ਬਾਅਦ ਕਰਵਾਈਆਂ ਜਾਂਦੀਆਂ ਹੈ ਲੋਕ ਸਭਾ ਦੀਆਂ ਚੋਣਾਂ? 5 ਸਾਲ, ਠੀਕ ਹੈ। 5 ਸਾਲ ਬਾਅਦ ਕਰਵਾਈਆਂ ਜਾਂਦੀਆਂ ਹੈ। ਹੇਠ ਦਿੱਤੇ ਕਥਨਾਂ ਵਿੱਚੋਂ ਕਿਹੜਾ ਗਲਤ ਹੈ? ਨੀਚੇ ਸਟੇਟਮੈਂਟਾਂ ਦਿੱਤੀਆਂ ਹੋਈਆਂ, ਠੀਕ ਹੈ। ਇਹ ਪੜ੍ਹੋ ਪਹਿਲਾਂ। ਇਹ 4 ਸਟੇਟਮੈਂਟਾਂ ਹੈ। ਲੋਕ ਸਭਾ ਲਈ ਯੋਗ ਹੋਣ ਲਈ ਕਿਸੇ ਵਿਅਕਤੀ ਦੀ ਘੱਟੋ ਘੱਟ ਉਮਰ 25 ਸਾਲ ਹੋਣੀ ਚਾਹੀਦੀ ਹੈ। ਕੀ ਇਹ ਤੁਹਾਨੂੰ ਸਹੀ ਲੱਗਦੀ ਹੈ ਜਾਂ ਗਲਤ? ਕੋਈ ਵਿਅਕਤੀ ਇੱਕੋ ਸਮੇਂ ਲੋਕ ਸਭਾ ਅਤੇ ਰਾਜ ਸਭਾ ਦੋਨਾਂ ਦਾ ਮੈਂਬਰ ਬਣ ਸਕਦਾ ਹੈ। ਅਨੁਸੂਚਿਤ ਜਾਤੀ ਅਨੁਸੂਚਿਤ ਜਨਜਾਤੀ ਨਾਲ ਸੰਬੰਧਿਤ ਵਿਅਕਤੀ ਆਮ ਮੋਹਰ ਤੋਂ ਵੀ ਚੋਣ ਲੜ ਸਕਦਾ ਹੈ, ਨਾ ਕਿ ਸਿਰਫ ਰਾਖਵੀਂ ਸੀਟ ਨਾਲ। ਜੇਕਰ ਕਿਸੇ ਸੰਸਦ ਦਾ ਕੋਈ ਮੈਂਬਰ ਆਪਣੀ ਪਾਰਟੀ ਦੁਆਰਾ ਦਿੱਤੇ ਨਿਰਦੇਸ਼ਾਂ ਦੇ ਵਿਰੁੱਧ ਵੋਟ ਪਾਉਂਦਾ ਹੈ ਤਾਂ ਉਸ ਨੂੰ ਅਯੋਗ ਮੰਨਿਆ ਜਾ ਸਕਦਾ ਹੈ। ਇਹ 4 ਸਟੇਟਮੈਂਟਾਂ ਹੈ। ਇਹਨਾਂ ਦੇ ਵਿੱਚੋਂ ਕਿਹੜੀ ਸਹੀ ਹੈ ਕਿਹੜੀ ਗਲਤ ਹੈ ਇਹ ਦੱਸਣਾ, ਠੀਕ ਹੈ। ਸੌਰੀ, ਸਹੀ ਗਲਤ ਨਹੀਂ ਦੱਸਣਾ, ਮਤਲਬ ਸਹੀ ਗਲਤ ਤੁਸੀਂ ਆਪ ਸੋਚਣਾ ਹੈ। ਕੁਐਸਚਨ ਦੇ ਵਿੱਚ ਕੀ ਪੁੱਛਿਆ? ਕਿਹੜਾ ਗਲਤ ਹੈ ਇਹਨਾਂ ਦੇ ਵਿੱਚੋਂ, ਕਿਹੜੀ ਸਟੇਟਮੈਂਟ ਗਲਤ ਹੈ, ਠੀਕ ਹੈ। ਪਹਿਲਾ ਜਾਂ ਦੂਜਾ ਗਲਤ ਹੈ ਜਾਂ ਪਹਿਲਾ ਤੀਜਾ ਜਾਂ ਚੌਥਾ ਤੀਜਾ ਗਲਤ ਹੈ, ਇਹ ਦੱਸਣਾ ਇਸ ਦੇ ਵਿੱਚ। ਤਾਂ ਇਸ ਦਾ ਰਾਈਟ ਆਨਸਰ ਹੋ ਜਾਊਗਾ ਆਪਣੇ ਕੋਲ ਕੇਵਲ 2, ਠੀਕ ਹੈ। ਇਹ ਸਟੇਟਮੈਂਟ ਗਲਤ ਹੈ।
ਕੋਈ ਵਿਅਕਤੀ ਇੱਕੋ ਸਮੇਂ ਰਾਜ ਸਭਾ ਜਾਂ ਲੋਕ ਸਭਾ ਦੋਨਾਂ ਦਾ ਮੈਂਬਰ ਨਹੀਂ ਬਣ ਸਕਦਾ। ਜਾਂ ਤਾਂ ਉਹ ਲੋਕ ਸਭਾ ਦਾ ਹੀ ਮੈਂਬਰ ਹੋਊਗਾ ਜਾਂ ਰਾਜ ਸਭਾ ਦਾ ਹੀ। ਜੇ ਉਹਨੇ ਲੋਕ ਸਭਾ ਦੇ ਵਿੱਚ ਜਾਣਾ, ਮੰਨ ਲਓ ਉਹ ਰਾਜ ਸਭਾ ਦਾ ਮੈਂਬਰ ਹੈ, ਤਾਂ ਪਹਿਲਾਂ ਉਸ ਨੂੰ ਰਾਜ ਸਭਾ ਤੋਂ ਅਸਤੀਫਾ ਦੇਣਾ ਪਊਗਾ, ਫਿਰ ਉਹ ਲੋਕ ਸਭਾ ਲਈ ਜੋ ਵੀ ਪ੍ਰਕਿਰਿਆ ਹੁੰਦੀ ਹੈ ਚੋਣ ਦੀ, ਉਹ ਆਪਣਾ ਫਾਰਮ ਵਗੈਰਾ ਫਿਲ ਕਰ ਸਕਦਾ ਏ, ਠੀਕ ਹੈ, ਜਦੋਂ ਚੋਣਾਂ ਹੁੰਦੀਆਂ। ਜੇ ਉਹ ਲੋਕ ਸਭਾ ਦਾ ਮੈਂਬਰ ਹੈ ਤਾਂ ਉਸ ਨੂੰ ਲੋਕ ਸਭਾ ਦਾ ਅਸਤੀਫਾ ਦੇ ਕੇ ਫਿਰ ਜੇ ਰਾਜ ਸਭਾ ਦੀਆਂ ਚੋਣਾਂ ਹੁੰਦੀਆਂ ਤਾਂ ਉਸ ਦੇ ਵਿੱਚ ਉਹ ਜਾ ਸਕਦਾ ਹੈ। ਮਤਲਬ ਕਿ ਉਸ ਨੂੰ ਅਸਤੀਫਾ ਦੇਣਾ ਪੈਣਾ, ਇੱਕੋ ਟਾਈਮ ਦੇ ਉੱਤੇ ਨੇ ਉਹ ਲੋਕ ਸਭਾ ਅਤੇ ਰਾਜ ਸਭਾ ਦਾ ਮੈਂਬਰ ਨਹੀਂ ਹੋ ਸਕਦਾ। ਘੱਟੋ ਘੱਟ ਉਮਰ 25 ਸਾਲ ਬਿਲਕੁਲ ਸਹੀ ਹੈ ਇਹ, ਠੀਕ ਹੈ। ਆਮ ਮੋਹਰ ਤੋਂ ਵੀ ਚੋਣ ਲੜ ਸਕਦਾ ਹੈ ਜੇ ਕੋਈ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਨਾਲ ਸੰਬੰਧਿਤ ਹੈ। ਜ਼ਰੂਰੀ ਨਹੀਂ ਹੈ ਕਿ ਉਹ ਸਿਰਫ ਰਾਖਵੀਂ ਸੀਟ ਨਾਲ ਹੀ ਚੋਣ ਲੜੇ, ਮਤਲਬ ਜਰਨਲ ਦੇ ਵਿੱਚ ਵੀ ਉਹ ਚੋਣ ਲੜ ਸਕਦੇ ਆ, ਠੀਕ ਹੈ। ਜੇਕਰ ਸੰਸਦ ਦਾ ਕੋਈ ਮੈਂਬਰ ਆਪਣੀ ਪਾਰਟੀ ਦੁਆਰਾ ਦਿੱਤੇ ਨਿਰਦੇਸ਼ਾਂ ਦੇ ਵਿਰੁੱਧ ਵੋਟ ਪਾਉਂਦਾ ਹੈ ਤਾਂ ਉਸ ਨੂੰ ਅਯੋਗ ਮੰਨਿਆ ਜਾ ਸਕਦਾ ਹੈ। ਇਹ ਵੀ ਬਿਲਕੁਲ ਸਹੀ ਹੈ, ਠੀਕ ਹੈ। ਸਿਰਫ ਇਹ ਸਹੀ, ਇਹ ਗਲਤ ਹੈ, ਬਾਕੀ ਇਹ ਸਾਰੇ ਸਹੀ ਹੈ। ਤਾਂ ਆਪਸ਼ਨ 2 ਸਹੀ ਹੋ ਜਾਊਗਾ, ਠੀਕ ਹੈ, ਕੇਵਲ 2। ਭੰਗ ਹੋਈ ਲੋਕ ਸਭਾ ਦੇ ਆਖਰੀ ਸੈਸ਼ਨ ਅਤੇ ਲੋਕ ਸਭਾ ਨੂੰ ਵਾਪਸ ਬੁਲਾਉਣ ਦੇ ਵਿਚਕਾਰ ਅਧਿਕਤਮ ਅਨੁਮਤੀ ਦੀ ਕਿੰਨੀ ਮਿਆਦ ਹੈ? ਕਿੰਨੀ ਮਿਆਦ ਹੈ? ਮਤਲਬ ਹੁਣ ਜਦੋਂ ਲੋਕ ਸਭਾ ਭੰਗ ਹੋ ਜਾਣੀ ਆਪਣੀ, ਉਸ ਤੋਂ ਬਾਅਦ ਕਿੰਨੇ ਟਾਈਮ ਦੇ ਅੰਦਰ ਅੰਦਰ ਵੋਟਾਂ ਹੋਣੀਆਂ ਚਾਹੀਦੀਆਂ, ਸਾਰਾ ਪ੍ਰੋਸੈਸ ਹੋਣਾ ਚਾਹੀਦਾ, ਨਵੀਂ ਸਰਕਾਰ ਬਣਨੀ ਚਾਹੀਦੀ ਹੈ 6 ਮਹੀਨੇ ਦੇ ਅੰਦਰ ਅੰਦਰ, ਠੀਕ ਹੈ। 6 ਮਹੀਨੇ ਦੀ ਮਿਆਦ ਹੁੰਦੀ ਹੈ, ਇਸ ਤੋਂ ਜ਼ਿਆਦਾ ਨਹੀਂ ਹੋ ਸਕਦੀ। 6 ਮਹੀਨੇ ਦੇ ਵਿੱਚ ਮੰਨ ਲਓ 4 ਮਹੀਨੇ ਦੇ ਵਿੱਚ ਹੋ ਗਿਆ ਸਾਰਾ ਕੁਛ, ਇੰਨੇ ਵਿੱਚ ਹੋ ਜਾਊਗਾ, ਪਰ 6 ਤੋਂ ਉੱਪਰ ਨਹੀਂ ਹੋ ਸਕਦੀ, ਠੀਕ ਹੈ। ਇਹ ਕੁਐਸਚਨ ਵੀ ਇਸ ਤਰ੍ਹਾਂ ਦਾ ਹੁੰਦਾ ਹੈ, ਯਾਦ ਰੱਖਿਓ। ਭਾਰਤ ਵਿੱਚ ਡੈਸ਼ ਪਾਰਟੀਆਂ ਭਾਰਤੀ ਚੋਣ ਕਮਿਸ਼ਨ ਕੋਲ ਰਜਿਸਟਰ ਹਨ। ਭਾਰਤ ਵਿੱਚ ਕਿੰਨੀਆਂ ਪਾਰਟੀਆਂ ਚੋਣ ਕਮਿਸ਼ਨ ਕੋਲ ਰਜਿਸਟਰ ਹੈ? ਲਗਭਗ 750 ਤੋਂ ਵੱਧ ਪਾਰਟੀਆਂ ਅਲੱਗ-ਅਲੱਗ ਸਟੇਟਾਂ ਦੀਆਂ ਚੋਣ ਕਮਿਸ਼ਨ ਕੋਲ ਰਜਿਸਟਰ ਹੈ। ਅਤੇ ਰਾਸ਼ਟਰ ਪਾਰਟੀਆਂ ਕਿੰਨੀਆਂ? ਰਾਸ਼ਟਰੀ ਪਾਰਟੀਆਂ ਉਹ ਮੈਂ ਦੱਸ ਚੁੱਕਿਆ ਤੁਹਾਨੂੰ। ਬਾਕੀ ਹੋਰ ਛੋਟੀਆਂ-ਛੋਟੀਆਂ ਪਾਰਟੀਆਂ ਸਟੇਟਾਂ ਦੀਆਂ ਮਿਲਾ ਕੇ 750 ਤੋਂ ਵੱਧ ਪਾਰਟੀਆਂ ਇਹ ਬਣਦੀਆਂ ਹੈ। ਇੱਕ ਪਾਰਟੀ ਜੋ ਕਿਸੇ ਰਾਜ ਦੀ ਵਿਧਾਨ ਸਭਾ ਦੀ ਚੋਣ ਵਿੱਚ ਕੁੱਲ ਵੋਟਾਂ ਦਾ ਘੱਟੋ ਘੱਟ 6% ਪ੍ਰਾਪਤ ਕਰਦੀ ਹੈ ਅਤੇ ਘੱਟੋ ਘੱਟ ਡੈਸ਼ ਨੂੰ ਜਿੱਤਦੀ ਹੈ, ਉਸ ਨੂੰ ਰਾਜ ਪਾਰਟੀ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਰਾਜ ਪਾਰਟੀ ਬਣਨ ਲਈ ਕਿੰਨੀਆਂ ਸੀਟਾਂ ਉਸ ਨੂੰ ਜਿੱਤਣੀਆਂ ਪੈਂਦੀਆਂ ਹੈ, ਠੀਕ ਹੈ। ਕੁੱਲ ਵੋਟਾਂ ਦਾ 6% ਇੱਕ ਤਾਂ ਹੋਣਾ ਚਾਹੀਦਾ ਉਸਦੇ ਕੋਲ, ਦੂਜਾ 2 ਸੀਟਾਂ ਹੋਣੀਆਂ ਚਾਹੀਦੀਆਂ ਹੈ, ਤਾਂ ਉਸ ਨੂੰ ਰਾਜ ਪਾਰਟੀ ਵਜੋਂ ਮਾਨਤਾ ਮਿਲੂਗੀ, ਠੀਕ ਹੈ। 2 ਸੀਟਾਂ ਅਤੇ ਵੋਟਾਂ ਦੇ ਪ੍ਰਤੀਸ਼ਤ ਦਾ 6%, ਠੀਕ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੁਨੀਆ ਦੀ ਸਭ ਤੋਂ ਪੁਰਾਣੀ ਪਾਰਟੀਆਂ ਵਿੱਚੋਂ ਇੱਕ ਹੈ, ਜਿਸ ਦੀ ਸਥਾਪਨਾ ਡੈਸ਼ ਦੇ ਵਿੱਚ ਹੋਈ ਸੀ। ਕਿਹੜੇ ਸਾਲ ਦੇ ਵਿੱਚ ਕਾਂਗਰਸ ਦੀ ਸਥਾਪਨਾ ਹੋਈ? 1885 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਹੋਈ। ਬਹੁਜਨ ਸਮਾਜ ਪਾਰਟੀ ਦੀ ਸਥਾਪਨਾ ਕਾਂਸ਼ੀ ਰਾਮ ਦੀ ਅਗਵਾਈ ਹੇਠ ਡੈਸ਼ ਵਿੱਚ ਹੋਈ। ਕਿਹੜੇ ਸਾਲ ਦੇ ਵਿੱਚ ਹੋਈ? ਬਹੁਜਨ ਸਮਾਜ ਪਾਰਟੀ ਦੀ ਸਥਾਪਨਾ 1984 ਦੇ ਵਿੱਚ, ਠੀਕ ਹੈ। ਲੋਕ ਸਭਾ ਵਿੱਚ ਰਾਜਾਂ ਦੀਆਂ ਸੀਟਾਂ ਦੀ ਵੰਡ ਕਿਸ ਦੇ ਆਧਾਰ ਦੇ ਉੱਤੇ ਹੁੰਦੀ ਹੈ? ਕਿਸ ਦੇ ਆਧਾਰ ਦੇ ਉੱਤੇ ਹੁੰਦੀ ਹੈ? ਜਨਸੰਖਿਆ, ਗਰੀਬੀ, ਖੇਤਰਫਲ ਜਾਂ ਭਾਸ਼ਾ? ਸਹੀ ਉੱਤਰ ਹੋ ਜਾਊਗਾ ਜਨਸੰਖਿਆ ਦੇ ਆਧਾਰ ਦੇ ਉੱਤੇ ਲੋਕ ਸਭਾ ਦੀਆਂ ਸੀਟਾਂ ਦੀ ਵੰਡ ਹੈ ਜਿਹੜੀ ਉਹ ਕੀਤੀ ਜਾਂਦੀ ਹੈ। ਚੋਣਾਂ ਦੌਰਾਨ ਕਿਸੇ ਹਲਕੇ ਵਿੱਚ ਪ੍ਰਚਾਰ ਕਦੋਂ ਬੰਦ ਕਰਨਾ ਪੈਂਦਾ ਹੈ? ਹੁਣ ਇਲੈਕਸ਼ਨ ਹੈ, ਜਿਹੜਾ ਚੋਣਾਂ ਦਾ ਪ੍ਰਚਾਰ ਹੁੰਦਾ ਹੈ ਉਹ ਵੋਟਾਂ ਤੋਂ ਕਿੰਨੇ ਘੰਟੇ ਪਹਿਲਾਂ ਬੰਦ ਕੀਤਾ ਜਾਂਦਾ ਹੈ? ਵੋਟਿੰਗ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਜਾਂਦਾ ਹੈ। ਪਾਰਲੀਮੈਂਟ ਚੋਣਾਂ ਵਿੱਚ ਵੋਟ ਦਾ ਅਧਿਕਾਰ ਕੀ ਹੈ? ਵੋਟ ਦਾ ਅਧਿਕਾਰ ਕਿਹੜਾ ਅਧਿਕਾਰ ਹੈ? ਮੌਲਿਕ ਅਧਿਕਾਰ ਹੈ, ਸੰਵਿਧਾਨਕ ਜਾਂ ਕਾਨੂੰਨੀ ਜਾਂ ਇੱਕ ਕੁਦਰਤੀ? ਸਹੀ ਉੱਤਰ ਹੋ ਜਾਊਗਾ ਕਾਨੂੰਨੀ ਅਧਿਕਾਰ ਹੈ, ਠੀਕ ਹੈ। ਵੋਟ ਪਾਉਣ ਦਾ ਅਧਿਕਾਰ, ਜਿਨ੍ਹਾਂ ਦੀ ਵੀ ਉਮਰ 18 ਸਾਲ ਤੋਂ ਜ਼ਿਆਦਾ ਹੈ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਹੈ ਇੰਡੀਆ ਦੇ ਵਿੱਚ, ਅਤੇ ਇਹ ਇੱਕ ਕਾਨੂੰਨੀ ਅਧਿਕਾਰ ਹੈ, ਲੀਗਲ ਰਾਈਟ ਹੈ ਵੋਟ ਪਾਉਣਾ, ਠੀਕ ਹੈ। ਹੁਣ ਕੁਝ ਮੈਂ ਵਨ ਲਾਈਨਰ ਤੁਹਾਨੂੰ ਫਟਾਫਟ ਕੁਐਸਚਨ ਕਰਵਾ ਦਿੰਦਾ ਹੈ। ਪਹਿਲੀਆਂ ਚੋਣਾਂ ਕਦੋਂ ਹੋਈਆਂ? 1951-52 ਦੇ ਵਿੱਚ।
ਤੇ ਜਦੋਂ ਇਹ ਚੋਣਾਂ ਹੋਈਆਂ ਉਸ ਸਮੇਂ ਰਾਸ਼ਟਰਪਤੀ ਕੌਣ ਸਨ? ਡਾਕਟਰ ਰਜਿੰਦਰ ਪ੍ਰਸਾਦ। ਆਮ ਚੋਣਾਂ ਰਾਹੀਂ ਚੁਣੇ ਗਏ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ? ਜਵਾਹਰ ਲਾਲ ਨਹਿਰੂ। ਠੀਕ ਹੈ। ਪਹਿਲੀਆਂ ਆਮ ਚੋਣਾਂ ਕਿਸ ਪਾਰਟੀ ਨੇ ਜਿੱਤੀਆਂ? ਇੰਡੀਅਨ ਨੈਸ਼ਨਲ ਕਾਂਗਰਸ ਨੇ। ਭਾਰਤ ਨੇ ਆਪਣੀ ਆਜ਼ਾਦੀ ਤੋਂ ਬਾਅਦ ਕਿੰਨੀਆਂ ਆਮ ਚੋਣਾਂ ਕਰਵਾਈਆਂ ਹਨ? ਕਿੰਨੀ ਵਾਰ ਹੋ ਗਿਆ ਇਹ? ਕਿੰਨਵੀਂ ਟਰਮ ਹੈ? ਕਰੰਟਲੀ 17ਵੀਂ, ਤੇ ਜਦੋਂ ਹੋ ਗਈਆਂ ਚੋਣਾਂ ਉਦੋਂ ਹੋ ਜੂਗੀ 18ਵੀਂ। ਆਖਰੀ ਲੋਕ ਸਭਾ ਚੋਣਾਂ 2019 ਦੇ ਵਿੱਚ ਹੋਈਆਂ, 5 ਸਾਲ ਬਾਅਦ ਇਹ ਚੋਣਾਂ ਹੁੰਦੀਆਂ ਏ। ਠੀਕ ਹੈ। 1977 ਦੀ ਆਮ ਚੋਣਾਂ ਦਾ ਮਹੱਤਵਪੂਰਨ ਨਤੀਜਾ ਕੀ ਸੀ? ਇਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿੱਤੀ ਤੇ ਗੈਰ ਕਾਂਗਰਸੀ ਸਰਕਾਰ ਬਣੀ ਸੀ। ਠੀਕ ਹੈ। 1977 ਤੱਕ ਕਾਂਗਰਸ ਦੀ ਸਰਕਾਰ ਬਣਦੀ ਰਹੀ। ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ 1977 ਦੇ ਵਿੱਚ ਪਹਿਲੀ ਵਾਰ ਜਿੱਤੀ ਤੇ ਗੈਰ ਕਾਂਗਰਸੀ ਸਰਕਾਰ ਬਣੀ। ਤੇ ਪ੍ਰਧਾਨ ਮੰਤਰੀ ਕੌਣ ਬਣੇ? ਪ੍ਰਾਈਮ ਮਿਨਿਸਟਰ ਮੋਰਾਰਜੀ ਦੇਸਾਈ, ਜੋ ਕਿ ਗੈਰ ਕਾਂਗਰਸੀ ਸਨ। ਭਾਰਤ ਵਿੱਚ ਕਿੰਨੇ ਯੋਗ ਵੋਟਰ ਹੈ? 1 ਜਨਵਰੀ 2023 ਤੱਕ ਲਗਭਗ 94.50 ਕਰੋੜ ਤੋਂ ਵੀ ਜ਼ਿਆਦਾ। ਠੀਕ ਹੈ। ਘੱਟੋ ਘੱਟ ਉਮਰ ਕਿੰਨੀ ਹੈ? 18 ਸਾਲ ਵੋਟਿੰਗ ਪਾਉਣ ਦੇ ਲਈ, ਵੋਟਾਂ ਪਾਉਣ ਦੇ ਲਈ। ਤੇ ਕਿਹੜੀ ਸੋਧ ਨੇ ਇਹ ਕਰੀ ਹੈ? 1988 ਦੀ 60ਵੀਂ ਸੋਧ ਨੇ। ਠੀਕ ਹੈ। 1988 ਦੀ 60ਵੀਂ ਸੋਧ ਨੇ ਇਹ ਉਮਰ 21 ਤੋਂ ਘਟਾ ਕੇ 18 ਸਾਲ ਕੀਤੀ ਹੈ। ਭਾਰਤ ਵਿੱਚ ਕਿੰਨੇ ਲੋਕ ਸਭਾ ਹਲਕੇ ਹੈ? 543। 543 ਲੋਕ ਸਭਾ ਹਲਕੇ ਹੈ। ਠੀਕ ਹੈ। ਅਲੱਗ-ਅਲੱਗ ਜੋ ਕੈਟਾਗਰੀ ਹੈ, ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ, ਇਹਨਾਂ ਦੀ ਸੀਟਾਂ ਦੀ ਵੰਡ ਕਿਸ ਤਰ੍ਹਾਂ ਹੈ? ਜਰਨਲ ਦੀ ਹੈਗੀ ਹੈ 412, SC 84, ST 47। ਠੀਕ ਹੈ। ਇਹ ਵੰਡ ਹੈ, ਇਹ ਵੀ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ, ਨੰਬਰ ਯਾਦ ਰੱਖਿਓ। 2019 ਦੀਆਂ ਆਮ ਚੋਣਾਂ ਵਿੱਚ ਵੋਟਰ ਮਤਦਾਨ ਪ੍ਰਤੀਸ਼ਤਤਾ ਕਿੰਨੀ ਸੀ? 67% ਤੋਂ ਵੱਧ ਮਤਦਾਨ ਹੋਇਆ ਸੀ 2019 ਦੇ ਵਿੱਚ। 2019 ਦੇ ਵਿੱਚ ਕਿੰਨੀਆਂ ਰਾਸ਼ਟਰੀ ਪਾਰਟੀਆਂ ਨੇ ਹਿੱਸਾ ਲਿਆ ਸੀ? 7 ਰਾਸ਼ਟਰੀ ਪਾਰਟੀਆਂ ਨੇ ਹਿੱਸਾ ਲਿਆ ਸੀ 2019 ਦੀਆਂ ਚੋਣਾਂ ਦੇ ਵਿੱਚ। ਠੀਕ ਹੈ। ਕਿੰਨੀਆਂ ਸਿਆਸੀ ਪਾਰਟੀਆਂ ਨੇ ਹਿੱਸਾ ਲਿਆ? ਛੋਟੀਆਂ ਛੋਟੀਆਂ ਜੋ ਪਾਰਟੀਆਂ ਹੈ, 673 ਸਿਆਸੀ ਪਾਰਟੀਆਂ ਨੇ ਤੇ 7 ਰਾਸ਼ਟਰੀ ਪਾਰਟੀਆਂ ਨੇ। ਠੀਕ ਹੈ। ਨੰਬਰ ਯਾਦ ਰੱਖਿਓ। 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ 673 ਖੇਤਰੀ ਪਾਰਟੀਆਂ, ਠੀਕ ਹੈ, ਸਿਆਸੀ ਪਾਰਟੀਆਂ ਜੋ ਅਲੱਗ-ਅਲੱਗ ਸਟੇਟਾਂ ਤੋਂ ਸਨ, ਤੇ 7 ਰਾਸ਼ਟਰੀ ਪਾਰਟੀਆਂ। ਰਾਸ਼ਟਰੀ ਪਾਰਟੀਆਂ ਕਿਹੜੀਆਂ? ਜਿਹੜੀਆਂ ਬੜੀਆਂ ਪਾਰਟੀਆਂ, BJP ਹੋ ਗਈ, ਕਾਂਗਰਸ ਹੋ ਗਈ, ਠੀਕ ਹੈ, ਆਮ ਆਦਮੀ ਪਾਰਟੀ ਹੋ ਗਈ। ਇਸ ਤਰ੍ਹਾਂ ਇਹ 7 ਪਾਰਟੀਆਂ 2019 ਦੇ ਵਿੱਚ ਸਨ। ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਮੁੱਖ ਚੋਣ ਕਮਿਸ਼ਨਰ ਕੌਣ ਸਨ? ਤਿਰੂਨੇਲਾਈ ਨਾਰਾਇਣ ਅਈਅਰ ਸ਼ੇਸ਼ਨ। ਠੀਕ ਹੈ। ਇਹ 1990 ਦੇ ਦਹਾਕੇ ਦੌਰਾਨ ਚੋਣ ਸੁਧਾਰਾਂ ਲਈ ਜਾਣੇ ਜਾਂਦੇ ਹਨ। ਠੀਕ ਹੈ। TN ਸ਼ੇਸ਼ਨ ਛੋਟ ਨਾਮ ਹੈ ਇਹਨਾਂ ਦਾ, ਫੁੱਲ ਨਾਮ ਹੈ ਦੇਖ ਲਓ, ਤਿਰੂਨੇਲਾਈ ਨਾਰਾਇਣ ਅਈਅਰ ਸ਼ੇਸ਼ਨ। ਪਿਛਲੀ ਲੋਕ ਸਭਾ ਭੰਗ ਹੋਣ ਤੋਂ ਬਾਅਦ ਆਮ ਚੋਣਾਂ ਹੋਣੀਆਂ ਚਾਹੀਦੀਆਂ 6 ਮਹੀਨੇ ਦੇ ਅੰਦਰ ਅੰਦਰ। ਠੀਕ ਹੈ। ਘੱਟੋ ਘੱਟ ਉਮਰ ਕਿੰਨੀ ਹੈ? 25 ਸਾਲ ਲੋਕ ਸਭਾ ਦੀਆਂ ਚੋਣਾਂ ਲੜਨ ਦੇ ਲਈ। ਠੀਕ ਹੈ। ਕਿਹੜਾ ਕਾਨੂੰਨ ਨਿਯੰਤਰਣ ਕਰਦਾ ਹੈ ਆਮ ਚੋਣਾਂ ਨੂੰ? ਲੋਕ ਪ੍ਰਤੀਨਿਧਤਾ ਐਕਟ 1951। ਠੀਕ ਹੈ। ਇਹ ਯਾਦ ਰੱਖਿਓ, ਲੋਕ ਪ੍ਰਤੀਨਿਧਤਾ ਐਕਟ 1951। ਸੋ ਇਹ ਚੋਣਾਂ ਨਾਲ ਰਿਲੇਟਡ ਅਤੇ ਚੋਣ ਕਮਿਸ਼ਨ ਨਾਲ ਰਿਲੇਟਡ ਇੰਪੋਰਟੈਂਟ ਕੁਐਸਚਨ ਜਿੰਨੇ ਵੀ ਬਣੇ ਮੈਂ ਤੁਹਾਨੂੰ ਕਰਵਾਏ ਆ। ਅਤੇ ਵੋਟਾਂ ਤੋਂ ਬਾਅਦ ਕੁਝ ਹੋਰ ਕੁਐਸਚਨ ਨਵੇਂ ਵੀ ਬਣਨਗੇ, ਉਹ ਮੈਂ ਤੁਹਾਨੂੰ ਕਰਵਾ ਦੂੰਗਾ ਫਿਰ ਪੇਪਰ ਦੇ ਤੁਹਾਡੇ ਨੇੜੇ ਜਾ ਕੇ, ਜਦੋਂ ਵੋਟਾਂ ਦਾ ਪ੍ਰੋਸੈਸ ਕੰਪਲੀਟ ਹੋ ਜਾਊਗਾ। ਬਾਕੀ ਕਰੰਟ ਅਫੇਅਰ ਦੇ ਵਿੱਚ ਜੋ ਵੀ ਕੁਐਸਚਨ ਮੈਨੂੰ ਮਿਲਣਗੇ ਉਹ ਮੈਂ ਨਾਲ ਦੀ ਨਾਲ ਆਉਣ ਵਾਲੀਆਂ ਕਲਾਸਾਂ ਦੇ ਵਿੱਚ ਤੁਹਾਨੂੰ ਪਾ ਦੂੰਗਾ। ਇਲੈਕਸ਼ਨ ਨਾਲ ਰਿਲੇਟਡ ਵੀ ਹੋਰ ਵੀ ਜੋ ਹੋਣਗੇ ਟੋਪਿਕ, ਅਤੇ ਪਲੇਲਿਸਟ ਵਿੱਚ ਜਾ ਕੇ ਸਾਰੀਆਂ ਵੀਡੀਓਜ਼ ਤੁਸੀਂ ਹੁਣ ਤੱਕ ਦੀਆਂ ਦੇਖ ਸਕਦੇ ਆ। ਹਰਮਨਦੀਪ ਸਿੰਘ ਕਾਂਸਟੇਬਲ 2024 ਦੇ ਨਾਮ ਦੀ ਪਲੇਲਿਸਟ ਬਣੀ ਹੋਈ ਹੈ। ਠੀਕ ਹੈ। ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਡੀ ਤਿਆਰੀ ਕਰਵਾ ਰਿਹਾ, ਇੰਪੋਰਟੈਂਟ ਟੋਪਿਕ ਮੈਂ ਕਰਵਾ ਰਿਹਾ। ਡੇਲੀ ਕਲਾਸ ਹੁੰਦੀ ਹੈ, ਸ਼ਾਮ ਨੂੰ ਕਲਾਸ। ਠੀਕ ਹੈ। ਅਤੇ ਨੰਬਰ ਦੇ ਉੱਤੇ ਮੈਸੇਜ ਜ਼ਰੂਰ ਕਰ ਲਿਓ, ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਆ ਕਰੋ। ਧੰਨਵਾਦ।